ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਿਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਪੰਜਾਬ ਵਿੱਚ ਨਵਾਂ ਗੱਠਜੋੜ ਬਣਾਉਣ ਨੂੰ ਲੈ ਕੇ ਸਿਆਸੀ ਹਲਚਲ ਮਚੀ ਹੋਈ ਹੈ। ਇਨ੍ਹਾਂ ਸਾਰੀਆਂ ਚਰਚਾਵਾਂ ਵਿਚਾਲੇ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨੇ ਸੂਬੇ 'ਚ ਬਹੁਮਤ ਨਾਲ ਆਪ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਧੂਰੀ ਵਿਧਾਨ ਸਭਾ ਸੀਟ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਧੂਰੀ ਤੋਂ ਆਪਣੀ ਜਿੱਤ ਦਾ ਪੂਰਾ ਭਰੋਸਾ ਹੈ। ਕਹਿੰਦਾ ਜਿੰਨਾ ਜ਼ੋਰ ਸੀ ਸਾਰਾ ਲਾਤਾ, ਪੈਸਾ ਕਰਜ਼ਾ ਚੱਕ ਕੇ ਵੀ ਚਲਾਤਾ, ਡਿੱਗ ਕੇ ਟੱਕ ਜ਼ਮੀਨਾਂ ਤੇ। ਹੁਣ ਕਿਸਮਤ ਚੰਦਰੀ ਬੰਦ ਪਈ ਹੈ ਵਿੱਚ ਮਸ਼ੀਨਾਂ, ਜੋ ਮਸ਼ੀਨਾਂ ਕਰਨਗੀਆਂ ਉਸ ਤਰ੍ਹਾਂ ਹੀ ਹੋਣਾ। ਡਰੱਗ ਮਾਮਲੇ ਵਿੱਚ ਪਟਿਆਲਾ ਜੇਲ੍ਹ 'ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਅੱਜ ਖਤਮ ਹੋ ਗਈ ਹੈ ਤੇ ਡਰੱਗ ਮਾਮਲੇ 'ਚ ਮੋਹਾਲੀ ਦੀ ਅਦਾਲਤ ਨੇ 8 ਮਾਰਚ ਨੂੰ ਉਹਨਾਂ ਨੂੰ ਪਟਿਆਲਾ ਜੇਲ੍ਹ 'ਚ ਭੇਜਿਆ ਸੀ। ਮਜੀਠੀਆ ਨੂੰ ਅੱਜ ਮੋਹਾਲੀ ਕੋਰਟ 'ਚ ਪੇਸ਼ ਕੀਤਾ ਗਿਆ ਤੇ ਮੋਹਾਲੀ ਅਦਾਲਤ ਨੇ ਪੇਸ਼ੀ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ ਤੇ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਤੇ ਬਿਕਰਮ ਸਿੰਘ ਮਜੀਠੀਆ 22 ਮਾਰਚ ਤੱਕ ਨਿਆਇਕ ਹਿਰਾਸਤ ਵਿੱਚ ਰਹਿਣਗੇ। ਦੱਸ ਦੇਈਏ ਬਿਕਰਮ ਸਿੰਘ ਮਜੀਠੀਆ ਨੇ ਪੇਸ਼ੀ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਚਾਹੁੰਦੀ ਸੀ ਕਿ ਮੈਂ ਚੋਣ ਨਾਲ ਲੜ ਸਕਾਂ। ਉਹਨਾਂ ਨੇ ਮੁੱਛਾਂ ਨੂੰ ਵੱਟ ਦਿੰਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਹਮੇਸ਼ਾ ਚੜ੍ਹਦੀ ਕਲਾ 'ਚ ਹੈ ਤੇ ਲੋਕਤੰਤਰ ਦਾ ਘਾਣ ਕਰਨ ਤੇ ਮਾਣਯੋਗ ਅਦਾਲਤ ਨੇ ਵੀ ਚਿੰਤਾ ਜਤਾਈ ਹੈ। ਸਰਕਾਰਾਂ ਧੱਕਾ ਕਰਦੀਆਂ ਹੁੰਦੀਆਂ ਨੇ, ਮੈਂ ਸੁਪਰੀਮ ਕੋਰਟ ਦੀ ਅਗਵਾਈ 'ਚ ਚੋਣ ਲੜ ਲਈ। ਸਰਕਾਰਾਂ ਆਪਣਾ ਕੰਮ ਕਰਨ, ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ। ਜਿੱਤ ਸੱਚਾਈ ਦੀ ਹੋਣੀ ਹੈ, ਮੈਂ ਉਸ ਨੂੰ ਸਮਰਪਿਤ ਹਾਂ। ਇਹ ਮਜੀਠੀਆ ਦਾ ਮਨੋਬਲ ਨਹੀਂ ਤੋੜ ਸਕਦੇ। ਐਗਜ਼ਿਟ ਪੋਲ ਦੇ ਨਤੀਜਿਆਂ ਦੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਐਗਜ਼ਿਟ ਪੋਲ ਤੇ ਅਸਲ ਨਤੀਜਿਆਂ 'ਚ ਫਰਕ ਹੁੰਦਾ ਹੈ। ਇਹ ਤਾਂ ਆਮ ਆਦਮੀ ਪਾਰਟੀ ਨੂੰ ਫਿਕਰ ਹੋਣਾ ਚਾਹੀਦਾ ਹੈ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ 100 ਸੀਟਾਂ ਐਗਜ਼ਿਟ ਪੋਲ 'ਚ ਮਿਲ ਰਹੀਆਂ ਸੀ, ਉਦੋਂ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ 20 ਸੀਟਾਂ ਹੀ ਮਿਲੀਆਂ ਸੀ। ਇਸ ਵਾਰ ਇਹਨਾਂ ਨੂੰ 50 ਸੀਟਾਂ ਦੇ ਰਹੇ ਹਨ। ਕਿਤੇ ਇਸ ਵਾਰ ਆਮ ਆਦਮੀ ਪਾਰਟੀ 10 ਤੇ ਨਾ ਰਹਿ ਜਾਏ। ਜ਼ਿਕਰ ਹੈ ਕਿ ਡਰੱਗ ਮਾਮਲੇ 'ਚ ਫਸੇ ਸੀਨੀਅਰ ਅਕਾਲੀ ਆਗੂ ਵੱਲੋਂ 24 ਫਰਵਰੀ ਨੂੰ ਮੋਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਗਿਆ ਸੀ ਤੇ ਮੋਹਾਲੀ ਅਦਾਲਤ ਨੇ ਮਜੀਠੀਆ ਵੱਲੋਂ ਲਾਈ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਇਸ ਦੌਰਾਨ ਮਜੀਠੀਆ ਕੋਲ ਸਟੇਟ ਕ੍ਰਾਈਮ ਬ੍ਰਾਂਚ ਵੱਲੋਂ ਕਈ ਘੰਟੇ ਪੁੱਛਗਿੱਛ ਵੀ ਕੀਤੀ ਗਈ ਸੀ ਤੇ ਹੁਣ ਮੋਹਾਲੀ ਅਦਾਲਤ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਵੱਡਾ ਫੈਸਲਾ ਸੁਣਾਇਆ ਗਿਆ ਹੈ ਤੇ ਬਿਕਰਮ ਸਿੰਘ ਮਜੀਠੀਆ ਨੂੰ 22 ਮਾਰਚ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਦੇਖਦੇ ਸਭ ਐਗਜ਼ਿਟ ਪੋਲ ਵੀ ਹੁਣ 3 दिन ਉਡੀਕ ਲੋ, ਇੰਨੀ ਕਿਹੜੀ ਕਾਲ ਹੈ। 10 ਤਰੀਕ ਨੂੰ ਐਗਜ਼ਿਟ ਚ ਰਿਜ਼ਲਟ ਆ ਜਾਣੇ ਸਾਹਮਣੇ। भी कोर्ट 15 दिन से ज़्यादा है कॉन्टीन्यूसली जुडिशल कस्टडी नहीं दे सकता, तो आज जो जुडिशल कस्टडी है 22 तारीख तक एक्सटेंड हो गई है और आज कोई कार्रवाई नहीं हुई है। एक एप्लीकेशन हमने फाइल की है, उसको आफ्टर लंच। किस चीज़ की मैटर सब जुडिस है जी, आपको पता लग जाएगा। ठीक। एक सवाल ये है जी कि हाई कोर्ट का रुख क्यों नहीं किया गया जिला अदालत से, क्योंकि कानूनी तौर पे है या कोई और कारण? ये तो जी एक तो ਜਿਹੜੇ ਵਕੀਲ ਨੇ ਉਹ ਡਿਸਾਈਡ ਕਰ ਲੈਣਗੇ ਜੀ, ਇਨ ਟਾਈਮ ਫਾਈਲ ਹੋ ਜਾਏਗੀ ਜੀ। ਬਹੁਤ ਇੰਪੋਰਟੈਂਟ ਹੈ ਕਿ ਇਨਵੈਸਟੀਗੇਸ਼ਨ 'ਚ ਹਰ ਕਿਸਮ ਦੀ ਕੋਆਪਰੇਸ਼ਨ ਦਿੱਤੀ ਜਾਵੇ। 15 ਦਿਨ ਉਹਨਾਂ ਕੋਲ ਸੀਗੇ ਜੀ, ਜੋ ਕੁਝ ਉਹ ਇਨਵੈਸਟੀਗੇਟ ਕਰਨਾ ਚਾਹੁੰਦੇ ਸੀ, ਜੋ ਫਾਈਲ ਪੂਰੀ ਕਰਨਾ ਚਾਹੁੰਦੇ ਸੀ, ਉਹ ਕੋਈ ਵੀ ਉਹਨਾਂ ਦੀ ਕੋਈ ਐਪਰੀਹੈਂਸ਼ਨ ਨਾ ਹੋਵੇ। ਵੀ ਹੈਵ ਅਲਾਉਡ ਐਂਡ ਗਿਵਨ ਆਰ ਬੈਸਟ ਪੋਸੀਬਲ ਅਸਿਸਟੈਂਸ ਐਂਡ ਗਿਵਨ them their ਟੋਟਲ ਟਾਈਮ ਕਿ ਜੋ ਤੁਸੀਂ ਆਪਦੀ ਇਨਵੈਸਟੀਗੇਸ਼ਨ ਕਰਨਾ ਹੈ ਉਹ ਕਰ ਲਓ। ਸਾਡੇ ਤੋਂ ਜ਼ਿਆਦਾ ਕੋਈ ਵੀ ਹਰੀ 'ਚ ਨਹੀਂ ਹੈ ਕਿ ਜਿਹੜਾ ਸੱਚ ਹੈ ਉਹ ਸਾਹਮਣੇ ਆਵੇ ਔਰ ਜੋ ਕੁਝ ਫਾਈਲ 'ਚ ਹੈ ਉਹ ਜਨਤਕ ਹੋਣਾ ਚਾਹੀਦਾ। ਸਾਰਾ ਕੋਲ ਆਉਣਾ ਚਾਹੀਦਾ ਕਿ ਦੱਸੋ ਅੱਜ 15 ਦਿਨ ਹੋ ਗਏ, ਤੁਹਾਡੇ ਕੋਲ ਪੁਖਤਾ ਇੱਕ ਵੀ ਸਬੂਤ ਹੈ ਤੇ ਸਾਹਮਣੇ ਪੇਸ਼ ਕਰ ਦਿਓ। ਕਿ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਪੁਲਿਸ ਨੇ ਜਿਹੜੀ ਸਿੱਟ ਹੈਗੀ ਆ ਪੇਸ਼ ਨਹੀਂ ਕੀਤਾ ਹੈਗਾ। ਅੱਜ ਤੱਕ ਕੀ ਕਹਿ ਰਹੇ ਜੀ, ਅਸੀਂ ਤਾਂ ਸਨ 2013 ਤੋਂ ਇਹ ਕਹਿ ਰਹੇ ਹਾਂ ਕਿ ਪੋਲੀਟੀਕਲੀ ਮੋਟੀਵੇਟਡ ਕੇਸ ਹੈ, ਸਿਵਾਏ ਸਿਆਸੀ ਰੰਜਿਸ਼ ਦੇ ਇਸ ਕੇਸ 'ਚ ਹੈ ਕੁਝ ਨਹੀਂ। ਨਾ ਕੋਈ ਐਵੀਡੈਂਸ ਹੈ, ਨਾ ਕੋਈ ਬਿਆਨ ਹੈ, ਨਾ ਕੋਈ ਰਿਕਵਰੀ ਹੈ, ਨਾ ਕੋਈ ਪੁਖਤਾ सबूत है ना कोल। मान लियो कि नाकाम हो गई है पुलिस 110%। कोई भी कोर्ट 15 दिन से ज़्यादा है कॉन्टीन्यूसली जुडिशल कस्टडी नहीं दे सकता, तो आज जो जुडिशल कस्टडी है 22 तारीख तक एक्सटेंड हो गई है और आज कोई कार्रवाई नहीं हुई है। एक एप्लीकेशन हमने फाइल की है, उसको आफ्टर लंच। किस चीज़ की मैटर सब जुडिस है जी, आपको पता लग जाएगा। ठीक। एक सवाल ये है जी कि हाई कोर्ट का रुख क्यों नहीं किया गया जिला अदालत से, क्योंकि कानूनी तौर पे है या कोई और कारण? ਇਹ ਤਾਂ ਜੀ ਇੱਕ ਤਾਂ ਜਿਹੜੇ ਵਕੀਲ ਨੇ ਉਹ ਡਿਸਾਈਡ ਕਰ ਲੈਣਗੇ ਜੀ, ਇਨ ਟਾਈਮ ਫਾਈਲ ਹੋ ਜਾਏਗੀ ਜੀ। ਬਹੁਤ ਇੰਪੋਰਟੈਂਟ ਹੈ ਕਿ ਇਨਵੈਸਟੀਗੇਸ਼ਨ 'ਚ ਹਰ ਕਿਸਮ ਦੀ ਕੋਆਪਰੇਸ਼ਨ ਦਿੱਤੀ ਜਾਵੇ। 15 ਦਿਨ ਉਹਨਾਂ ਕੋਲ ਸੀਗੇ ਜੀ, ਜੋ ਕੁਝ ਉਹ ਇਨਵੈਸਟੀਗੇਟ ਕਰਨਾ ਚਾਹੁੰਦੇ ਸੀ, ਜੋ ਫਾਈਲ ਪੂਰੀ ਕਰਨਾ ਚਾਹੁੰਦੇ ਸੀ, ਉਹ ਕੋਈ ਵੀ ਉਹਨਾਂ ਦੀ ਕੋਈ ਐਪਰੀਹੈਂਸ਼ਨ ਨਾ ਹੋਵੇ। ਵੀ ਹੈਵ ਅਲਾਉਡ ਐਂਡ ਗਿਵਨ ਆਰ ਬੈਸਟ ਪੋਸੀਬਲ ਅਸਿਸਟੈਂਸ ਐਂਡ ਗਿਵਨ them their ਟੋਟਲ ਟਾਈਮ ਕਿ ਜੋ ਤੁਸੀਂ ਆਪਦੀ ਇਨਵੈਸਟੀਗੇਸ਼ਨ ਕਰਨਾ ਹੈ ਉਹ ਕਰ ਲਓ। ਸਾਡੇ ਤੋਂ ਜ਼ਿਆਦਾ ਕੋਈ ਵੀ ਹਰੀ 'ਚ ਨਹੀਂ ਹੈ ਕਿ ਜਿਹੜਾ ਸੱਚ ਹੈ ਉਹ ਸਾਹਮਣੇ ਆਵੇ
ਔਰ ਜੋ ਕੁਝ ਫਾਈਲ 'ਚ ਹੈ ਉਹ ਜਨਤਕ ਹੋਣਾ ਚਾਹੀਦਾ, ਸਾਰਾ ਕੋਲ ਆਉਣਾ ਚਾਹੀਦਾ ਕਿ ਦੱਸੋ ਅੱਜ 15 ਦਿਨ ਹੋ ਗਏ, ਤੁਹਾਡੇ ਕੋਲ ਪੁਖਤਾ ਇੱਕ ਵੀ ਸਬੂਤ ਹੈ ਤੇ ਸਾਹਮਣੇ ਪੇਸ਼ ਕਰ ਦਿਓ। ਕਿ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਪੁਲਿਸ ਨੇ ਜਿਹੜੀ ਸਿੱਟ ਹੈਗੀ ਆ ਪੇਸ਼ ਨਹੀਂ ਕੀਤਾ ਹੈਗਾ। ਅੱਜ ਤੱਕ ਕੀ ਕਹਿ ਰਹੇ ਜੀ, ਅਸੀਂ ਤਾਂ ਸਨ 2013 ਤੋਂ ਇਹ ਕਹਿ ਰਹੇ ਹਾਂ ਕਿ ਪੋਲੀਟੀਕਲੀ ਮੋਟੀਵੇਟਡ ਕੇਸ ਹੈ, ਸਿਵਾਏ ਸਿਆਸੀ ਰੰਜਿਸ਼ ਦੇ ਇਸ ਕੇਸ 'ਚ ਹੈ ਕੁਝ ਨਹੀਂ। ਨਾ ਕੋਈ ਐਵੀਡੈਂਸ ਹੈ, ਨਾ ਕੋਈ ਬਿਆਨ ਹੈ, ਨਾ ਕੋਈ ਰਿਕਵਰੀ ਹੈ, ਨਾ ਕੋਈ ਪੁਖਤਾ ਸਬੂਤ ਹੈ, ਨਾ ਕੋਈ। ਮੰਨ ਲਿਓ ਕਿ ਨਾਕਾਮ ਹੋ ਗਈ ਹੈ ਪੁਲਿਸ। 110%। ਕਾਂਗਰਸ ਪਾਰਟੀ ਇਹਨਾਂ ਪੋਲਾਂ ਨੂੰ ਰਿਜੈਕਟ ਕਰਦੀ ਹੈ ਔਰ ਇਹ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਜਿਹੜੇ ਚਨਕਿਆ ਨੀਤੀ ਦੇ ਆਪਣੇ ਆਪ ਨੂੰ ਮਾਹਰ ਕਹਿੰਦੇ ਹੈ, ਪਹਿਲਾ ਸਵਾਲ ਤੇ ਮੇਰਾ ਚਨਕਿਆ ਨੂੰ ਹੀ ਹੈ ਕਿ ਕੀ ਜਿਸ ਵਕਤ 2017 ਦਾ ਇਲੈਕਸ਼ਨ ਸੀ ਉਸ ਵਕਤ ਇਸੇ ਚਨਕਿਆ ਨੇ 53 ਕਾਂਗਰਸ ਨੂੰ ਦਿੱਤੀਆਂ, 53 ਆਮ ਆਦਮੀ ਪਾਰਟੀ ਨੂੰ ਦਿੱਤੀ ਤੇ ਕਾਂਗਰਸ ਦੀਆਂ ਹੋ ਗਈਆਂ 75 ਤੇ ਆਮ ਰਹਿ ਗਈ 20 ਤੇ। ਉਦੋਂ ਚਨਕਿਆ ਜੀ ਦੀ ਨੀਤੀ ਫੇਲ ਹੋ ਗਈ ਔਰ ਇਸ ਦੇ ਨਾਲ ਆਹ ਲੇਟੈਸਟ ਜਿਹੜੇ ਬੰਗਾਲ ਦੇ ਅੰਦਰ ਇਲੈਕਸ਼ਨ ਹੋਏ ਮਮਤਾ ਬੈਨਰਜੀ ਨੂੰ 50 ਤੋਂ 60 ਸੀਟਾਂ ਦੇ ਰਹੇ ਸੀ ਜਦੋਂ ਕਿ ਬੀਜੇਪੀ ਨੂੰ 200 ਸੀਟ ਦੇ ਰਹੇ ਸੀ। ਹੋਇਆ ਬਿਲਕੁਲ ਉਹਦੇ ਉਲਟ ਹੈ। ਇਹੋ ਹੀ ਲੋਕ 2017 ਚ ਆਮ ਆਦਮੀ ਪਾਰਟੀ ਨੂੰ ਵੀ 100 ਸੀਟਾਂ ਦਾ ਅੰਕੜਾ ਵੀ ਦੇ ਰਹੇ ਸੀ। ਲੇਕਿਨ ਮੇਰਾ ਐਸਾ ਮੰਨਣਾ ਹੈ ਕਿ ਜਿੱਥੋਂ ਤੱਕ ਗਰਾਊਂਡ ਦੇ ਉੱਪਰ ਸਿਆਸੀ ਟੈਂਪਰੇਚਰ ਨੂੰ ਅਸੀਂ ਭਾਵ ਰਹੇ ਹਾਂ ਔਰ ਉਹ ਨਜ਼ਰ ਸਾਰਾ ਆ ਰਿਹਾ ਹੈ ਕਿ ਪਹਿਲੀ ਗੱਲ ਤੇ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕਹਿ ਦਾਂ ਕਿ ਇਹਦੇ ਵਿੱਚ ਇਹ ਜਿੰਨੇ ਵੀ ਓਪੀਨੀਅਨ ਪੋਲ ਆਏ ਆ ਉਹ ਬਿਲਕੁਲ ਗਲਤ ਆ ਔਰ ਇਹਦੀ ਕੋਈ ਪ੍ਰਾਥਮਿਕਤਾ ਨਹੀਂ ਹੈ। ਕਾਂਗਰਸ ਪਾਰਟੀ ਕੰਫਰਟ ਮਾਰਚਨ ਦੇ ਨਾਲ ਗੋਆ ਦੇ ਵਿੱਚ, ਉੱਤਰਾਖੰਡ ਦੇ ਵਿੱਚ ਔਰ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਏਗੀ ਔਰ ਇਹ ਗੱਲ ਬੜੀ ਸਪਸ਼ਟ ਆ ਕਿ ਅੱਜ ਤੱਕ ਜਿੰਨੇ ਵੀ ਓਪੀਨੀਅਨ ਪੋਲ ਹੁੰਦੇ ਰਹੇ ਆ ਔਰ ਇਹਨਾਂ ਦੀ ਕੋਈ ਪ੍ਰਾਥਮਿਕਤਾ नहीं है और ये पोला नू कांग्रेस पार्टी रिजेक्ट कर। मान साहब हिंदी में और ये बोल दीजिएगा, हिंदी में बोल दीजिए। जो कल सारे आए हैं उसमें दिख रहा है साफ तौर पर आम आदमी पार्टी पंजाब में सरकार बनाते हुए दिख रही है, इस पर क्या कहना है? देखिए, हमने मेहनत की, हमने हमारे वॉलंटियर्स ने, हमारे वर्कर्स ने अनथक मेहनत की और पार्टी के प्रचार को, पार्टी की नीतियों को घर घर तक पहुंचाया और हमने अस्पतालों की बात की, हमने अच्छे स्कूलों की बात की, हमने मुफ्त और सस्ती बिजली की बात की, हमने इंफ्रास्ट्रक्चर की बात की, हमने इंडस्ट्री को वापस लाने की बात की, खेती को दोबारा फ़ायदेमंद धंधा बनाने की बात की। तो हमने कोई नेगेटिव बात नहीं की। तो जबकि दूसरी पार्टियां, उनके पास कुछ नहीं था, वो आपस में लड़ रहे थे, जहाँ हम पर कोई निजी टिप्पणियां कर रहे थे, कोई कुछ कर रहे थे, ये तो ये नहीं है, ये तो वो नहीं है, ये है नहीं। तो शायद इस बात का लोगों ने गुस्सा भी किया, नाराज़ भी हुए इस बात पे कि आप लोग कांग्रेस वाले या बीजेपी वाले या अकाली दल वाले के आप लोग विकास की बात क्यों नहीं करते, आपने क्या किया वो क्यों नहीं, आप क्या करोगे वो क्यों नहीं, रोड मैप क्यों नहीं दिखाते। तो इसी का मेरे ख्याल में रिजल्ट जो है परसों मिल जाएगा। मतलब आप जो आ रहे हैं ईवीएम देखने, मशीनें देखने, तो कोई ऐसी इन्फॉर्मेशन भी मिल रही है कि कहीं कुछ लोग छेड़छाड़ की कोशिश कर रहे हैं या ऐसी कोई जानकारी नहीं, मिल रही है? हमारे पास ऐसी कोई जानकारी नहीं। अगर जानकारी हुई तो हम दे देंगे उनको। सर, जो मार्जिन है वो बहुत बड़ा आ रहा है, मतलब 70, 80, 90, 100 भी सीटें आ रही हैं। आपको उम्मीद है कि इतनी ज़्यादा सीटें आएंगी और भी ज़्यादा सीटें आ सकती हैं? देखो, पब्लिक है, पब्लिक अपना जो फतवा है वो देती है। 70 साल से 5-5 साल की इनकी बारियां थी, उसने लूटा, फिर उसने लूटा, फिर कोई ऑप्शन नहीं थी। अब कोई एक तीसरा रास्ता आया है तो कुछ भी हो सकता है, जनता जनार्दन है। जी, आपका आकलन कितना है सर? आपका आकलन कितना है? कितनी सीटों का आकलन है? देखो, हमने तो मेहनत की, माली का कम पानी पाना पर मशक पावे, मालिक का कम फल फुल लाना, लावे या ना लावे। और लोकतंत्र में मालिक जो है वो जनता होती है। आप पहले दावा कर रहे थे कि पंजाब के जो बड़े बड़े चेहरे हैं वो हार जाएंगे, तो वो दावा अब भी है क्या कि पंजाब के जो अकाली के बड़े बड़े चेहरे हैं, कांग्रेस के जो बड़े बड़े चेहरे हैं वो हारेंगे, या अब आपकी इन्फॉर्मेशन क्या है जब बहुत कम वक्त बचा है?
परसों आपको जवाब मिल जाएगा इसमें। ਮਾਨ ਸਾਹਿਬ ਵਿਰੋਧੀ ਪਾਰਟੀਆਂ परसों जवाब मिल जाएगा। ਐਗਜ਼ਿਟ ਪੋਲ ਗਲਤ ਹੋਣ हम उसी वादे पे कायम हैं। ਮਾਨ ਸਾਹਿਬ ਐਗਜ਼ਿਟ ਪੋਲ ਨੂੰ ਵਿਰੋਧੀ ਪਾਰਟੀਆਂ ਨਿੰਦ ਰਹੀ ਹੈ, ਕਹਿੰਦੇ ਨਹੀਂ ਹੈ, ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਤਾਂ 100 ਸੀਟਾਂ ਦਿੱਤੀਆਂ ਸੀ ਐਗਜ਼ਿਟ ਪੋਲ ਨੇ, ਵੀ ਨਹੀਂ ਹੋਏਗਾ, ਖਿਚੜੀ ਬਣੇਗੀ ਪੰਜਾਬ 'ਚ, किस तरह देखते हो? दिल बहलाने को गालिब ख्याल अच्छा है। 2 दिन उनको खुश हो लें दो। ਮਾਨ ਸਾਹਿਬ BBM ਦੇ ਮੁੱਦੇ ਨੂੰ ਲੈ ਕੇ ਪਾਰਟੀ ਕਰੂਗੀ ਪ੍ਰੋਟੈਸਟ? ਦੇਖੋ ਜੀ, ਭਾਖੜਾ ਮੈਨੇਜਮੈਂਟ ਬਿਆਸ ਬੋਰਡ ਜਿਹੜਾ ਹੈ, ਉਹਦੇ ਵਿੱਚ ਇਹਨਾਂ ਨੇ ਸੈਂਟਰ ਨੇ ਇੰਟਰਫੇਅਰ ਕੀਤਾ ਹੈ। ਜਿਸ ਵੇਲੇ ਭਾਖੜਾ ਜਿੱਥੇ ਵੀ ਡੈਮ ਸੇਫਟੀ ਬਿੱਲ ਆਇਆ ਸੀ, ਉੱਥੇ ਉਦੋਂ ਵੀ ਵਿਰੋਧ ਕੀਤਾ ਸੀ ਅਸੀਂ। ਮੈਨੂੰ ਸਭ ਤੋਂ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਸਾਡੀ 8 ਸਾਲ ਦੀ ਪੁਰਾਣੀ ਪਾਰਟੀ ਨੂੰ ਅਕਾਲੀ ਦਲ ਤੇ ਕਾਂਗਰਸ ਤੇ ਬੀਜੇਪੀ ਵਾਲੇ ਸਵਾਲ ਕਰਦੇ SYL ਦੇ। 60 ਸਾਲ ਪੁਰਾਣੀ ਹੈ, ਜਿਨ੍ਹਾਂ ਨੇ ਚਾਂਦੀ ਦੀ ਕਹੀ ਨਾਲ ਟੱਕ ਲਵਾਏ ਸੀ ਇੰਦਰਾ ਗਾਂਧੀ ਤੋਂ, ਜਿਨ੍ਹਾਂ ਨੇ ਬਾਲ ਸਾਹਿਬ ਨੇ ਉਹਨੂੰ ਸਰਵੇ ਕਰਨ ਦੀ ਇਜਾਜ਼ਤ ਦਿੱਤੀ, ਉਹਦੇ ਬਦਲੇ ਬੜਾ ਕੁਝ ਲਿਆ ਉਹਨਾਂ ਨੇ। ਉਹ ਕਿਉਂ ਨਹੀਂ ਬੋਲਦੇ? ਉਹ ਦੋਨੇ ਪਾਰਟੀਆਂ ਕਿੱਧਰ ਗਈਆਂ ਹੁਣ? ਕਿੱਧਰ ਗਿਆ ਹੁਣ ਸਿੱਧੂ ਮਾਡਲ? ਉਹ ਹੈ ਨਹੀਂ ਕਿ ਭਾਖੜਾ ਸਿੱਧੂ ਮਾਡਲ 'ਚ ਹੈ ਨਹੀਂ ਸੀ? ਕਿਉਂ ਨਹੀਂ ਇਹਨਾਂ ਨੇ ਆਪਦੇ ਅਫਸਰ ਪੂਰੇ ਕੀਤੇ ਜਿਹੜੇ ਬੋਰਡ ਦੇ ਵਿੱਚ ਬਣਦੇ ਸੀ? ਕਿਉਂਕਿ ਉੱਥੇ ਕੋਈ ਜਾਂਦਾ ਨਹੀਂ, ਉਹਨੂੰ ਕਾਲਾ ਪਾਣੀ ਕਹਿੰਦੇ ਆ, ਉੱਥੇ ਕਰਪਸ਼ਨ ਨਹੀਂ ਹੁੰਦੀ। ਅਸੀਂ ਕੇਂਦਰ ਨਾਲ ਗੱਲ ਵੀ ਕਰਾਂਗੇ ਔਰ ਨਾਲ ਪੰਜਾਬ ਦਾ ਜਿੰਨਾ ਕੋਟਾ ਹੈ ਅਫਸਰਾਂ ਦਾ ਜਾਂ ਹੋਰ ਜਿੰਨੀਆਂ ਵੀ ਪੋਸਟਾਂ ਦਾ, ਉਹ ਸਾਰਾ ਪੂਰਾ ਵੀ ਕਰਾਂਗੇ।